सतनाम श्री वाहिगुरु साहिब जी। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। वाहिगुरु जी का खालसा, वाहिगुरु जी की फतेह। परम सन्मानयोग सतगुरु सच्चे पातशाह जी की साजी अते नवाजी होई गुरु प्यारी गुरु सवारी साध संगत जी। आओ बड़े प्रेम अते एकाग्रता दे नाल गुरु चरनां दा ध्यान धरदे होए 12 महामांझ दी पावन बाणी दी चल रही लड़ीवार पावन कथा वार्ता दे तहत अज दी पावन विचारधारा दे अंदर सतगुरु साहिब श्री गुरु अर्जन देव साहिब जी महाराज अपनी मुबारक रसना द्वारा उच्चारण करदे हन। असन प्रेम उमाहड़ा क्यों मिलिया हर जाए। सतगुरु साहिब जी कृपा करते ने, कहते जिमें भादों दे महीने दी भादों दा महीना हुमस अते गर्मी दे त्राटके दे नाल भरिया हुंदा है। ये ऐसी गर्मी है जिहदे विच मनुख नूं घबराहट पैदा हुंदी है, हुमस वाली गर्मी। जदों ये महीना लंघण तो बाद अस्सू दे महीने दी मिठी मिठी रुत आउंदी है। अस्सू दे महीने दी मिठी मिठी रुत आउंदी है, उदों इंसान दा मन है जिहड़ा राहत महसूस करता है। बिल्कुल इसे तरह जदों जिंदगी वकारां अते माड़े कर्मां दे त्राटके दे विचों निकलदी है, भाव इनू कोई रस्ता दिखाउण वाला अचानक कोई गुरमुख मिल जाता है। जिस तरह आपां उदाहरण लईए, बाबा लैणा जी जदों वो एक साधारण आम इंसान दे रूप विच जिंदगी बतीत कर रहे सी अपने नगर विखे, तां उसे नगर दे भाई जोध जी जिहड़े गुरु नानक साहिब दे अनन सिख सन, कमाई वाली रसना सी, अंदरों रोम रोम बाणी विच भेजिया सी, जिन्हों आपां जुड़िया होया कह लईए, महापुरुष कह लईए, संत कह लईए, ब्रह्म ज्ञानी कह लईए। उन्हां दी रसना तो धन गुरु नानक साहिब जी दी बाणी दे मिठे मिठे बचन जदों कन्नां विच पैंदे ने, तां उहदा असर की हुंदा कि बाबा लैणा जी दे अंदर खो पैंदी है। बाबा लैणा जी ते किरपा हुंदी है, खो पैंदी है, खिच पैदा हुंदी है।
ਤੇ ਉਹ ਪੁੱਛਣ ਲਈ ਮਜਬੂਰ ਹੋ ਜਾਂਦੇ ਨੇ ਭਾਈ ਜੋਧ ਜੀ ਨੂੰ ਕਿ ਜਿਹੜੇ ਬਚਨ ਆਪ ਜੀ ਇਹ ਮਿੱਠੇ ਮਿੱਠੇ ਸੁਰ ਵਿੱਚ ਗਾ ਰਹੇ ਹੋ, ਇਹ ਕਿਹਦੀ ਬਾਣੀ ਹੈ? ਤੇ ਭਾਈ ਜੋਧ ਜੀ ਦੱਸਣਾ ਕਰਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਿੱਥੇ ਕਰਕੇ ਉਹ ਨਿਵਾਸ ਕਰਦੇ ਨੇ? ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਮਿਲਣ ਬਾਰੇ ਵੀ ਬਚਨ ਹੁੰਦਾ ਹੈ। ਸੋ ਇਸ ਤਰ੍ਹਾਂ ਮੈਂ ਇਹ ਉਦਾਹਰਣ ਦਿੱਤੀ ਸੀ ਇਤਿਹਾਸ ਦੀ ਵੀ ਜਦੋਂ ਕਰਮਾਂ ਦੀਆਂ ਠੋਕਰਾਂ ਖਾਂਦਾ ਹੋਇਆ ਕੋਈ, ਵਕਾਰਾਂ ਦੀਆਂ ਠੋਕਰਾਂ ਖਾਂਦਾ ਹੋਇਆ ਕੋਈ ਸਾਡੇ ਵਰਗਾ ਜੀਵ, ਦੁੱਖਾਂ ਦੀਆਂ ਮਾਰਾਂ ਝੱਲਦਾ ਸੰਸਾਰ ਵਿੱਚ ਤੁਰਿਆ ਫਿਰਦਾ ਹੈ, ਤੇ ਅਚਾਨਕ ਕੋਈ ਰੱਬ ਨਾਲ ਜੁੜਿਆ ਹੋਇਆ ਕਿਤੇ ਮਿਲ ਜਾਏ, ਕੋਈ ਪੁਰਬਲਾ ਅੰਕਰ ਸਾਡਾ ਜਾਗ ਪਏ, ਕਿਸੇ ਨਾਮ ਰਸੀਏ ਦੇ ਨਾਲ ਮਿਲਾਪ ਹੋ ਜਾਏ, ਉਹਦੀ ਰਸਨਾ ਤੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਸੁਣ ਲਈਏ, ਰੱਬ ਦੇ ਘਰ ਦੀ ਗੱਲ ਸੁਣ ਲਈਏ, ਤੇ ਫਿਰ ਸਾਡੀ ਰੂਹ ਨੂੰ ਸਕੂਨ ਮਹਿਸੂਸ ਹੁੰਦਾ ਹੈ। ਉਸ ਵਕਾਰਾਂ ਦੇ ਤਰਾਟਕੇ ਤੋਂ, ਮਾੜੇ ਕਰਮਾਂ ਦੀ ਹੁਮਸ ਵਿੱਚੋਂ ਰੂਹ ਨਿਕਲਣਾ ਚਾਹੁੰਦੀ ਹੈ। ਉਹ ਜਿਹੜੀ ਸੰਗਤ ਮਿਲੀ ਹੈ ਗੁਰਮੁਖ ਦੀ, ਉਹ ਅੱਸੂ ਦੇ ਮਹੀਨੇ ਦੀ ਜਿਹੜੀ ਰੁੱਤ ਹੈ ਨਾ, ਮਿੱਠੀ ਮਿੱਠੀ, ਜੋ ਉਹ ਇਨਸਾਨ ਨੂੰ ਮਹਿਸੂਸ ਕਰਾਉਂਦੀ ਹੈ, ਉਹ ਕੁਝ ਘੜੀਆਂ ਦੀ ਸੰਗਤ ਹੈ ਜਿਹੜੀ ਉਹ ਇਨਸਾਨ ਨੂੰ ਮਹਿਸੂਸ ਕਰਾ ਦਿੰਦੀ ਹੈ ਕਿ ਆਹ ਇੱਕ ਮਿੱਠੀ ਮਿੱਠੀ ਰੁੱਤ ਹੈ ਜਿਹੜੀ ਤੈਨੂੰ ਸਦਾ ਹੀ ਆਨੰਦ ਵਿੱਚ ਰੱਖੇਗੀ। ਜਦੋਂ ਮਹਿਸੂਸ ਹੁੰਦਾ ਹੈ ਅੱਸੂ ਦੇ ਮਹੀਨੇ ਦੀ ਮਿੱਠੀ ਮਿੱਠੀ ਰੁੱਤ ਦੀ ਤਰ੍ਹਾਂ ਰੱਬ ਦੇ ਨਾਲ ਮਿਲਣ ਦਾ ਉਛਾਲਾ ਹਿਰਦੇ ਵਿੱਚੋਂ ਪੈਦਾ ਹੁੰਦਾ ਹੈ। ਹਿਰਦੇ ਵਿੱਚੋਂ ਉਛਾਲ ਵੱਜਦਾ ਹੈ ਵੀ ਜਾ ਕੇ ਸੰਗ ਤੂੰ ਵਿਛੜਾ, ਤਾਹੀ ਕੈ ਸੰਗ ਲਾਗ, ਜੀਤੋ ਤੂੰ ਜਨਮਾਂ ਜਨਮਾਂ ਤੋਂ ਵਿਛੜੇ ਐ, ਉਹਦੇ ਨਾਲ ਜੁੜਨਾ ਕਰ। ਜਿਹੜਾ ਰਾਹ ਤੈਨੂੰ ਉਸ ਵਾਹਿਗੁਰੂ ਵੱਲ ਲੈ ਕੇ ਚੱਲੇ, ਉਸ ਰਾਹ ਦਾ ਪਾਂਧੀ ਬਣ। ਉਸ ਰਾਹ ਦਾ ਪਾਂਧੀ ਬਣਨ ਦੇ ਲਈ ਤੈਨੂੰ ਗੁਰਮੁਖਾਂ ਦੀ, ਮਹਾਂਪੁਰਸ਼ਾਂ ਦੀ, ਨਵਾਜਿਆਂ ਦੀ ਸੰਗਤ ਕਰਨੀ ਪਏਗੀ ਤੇ ਗੁਰੂ ਦਾ ਪੱਲਾ ਫੜਨਾ ਪਏਗਾ। ਤੈਨੂੰ ਇਹ ਕਹਿਣਾ ਪਏਗਾ ਕਿ ਹੱਬੇ ਸਾਕ ਕੁੜਾਵੇ ਡਿੱਠੇ ਤਾਂ ਪੱਲੇ ਟੈਂਡੇ ਲਾਗੇ। ਤੈਨੂੰ ਗੁਰੂ ਦਾ ਪੱਲਾ ਫੜਨਾ ਪਏਗਾ। ਕਹਿੰਦੇ ਫਿਰ ਉਛਾਲਾ ਵੱਜਦਾ ਹੈ, ਮਨ ਤੜਫਦਾ ਹੈ ਮੱਛੀ ਦੀ ਤਰ੍ਹਾਂ, ਜਿਵੇਂ ਮੱਛਲੀ ਜਲ ਤੋਂ ਬਿਨਾਂ ਤੜਫਦੀ ਹੈ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ। ਜਿਵੇਂ ਇਹ ਮਹਾਰਾਜ ਨੇ ਪ੍ਰਮਾਣ ਦਿੱਤੇ ਨੇ ਬਾਣੀ ਦੇ ਅੰਦਰ। ਤੇ ਅੱਗੇ ਚੱਲ ਕੇ ਬਚਨ ਆਉਂਦਾ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੈ। ਮਹਾਂਪੁਰਸ਼ਾਂ ਦੀ ਪ੍ਰਤੀਤ ਕਾਇਮ ਰਹਿੰਦੀ ਹੈ ਕਿਉਂਕਿ ਉਹ ਸਦਾ ਹੀ ਉਹਦਾ ਦੀਦਾਰ ਕਰਦੇ ਨੇ। ਉਹਨਾਂ ਦੀ ਤੜਫਣਾ ਨੂੰ ਵਾਹਿਗੁਰੂ ਆਪਣੇ ਦਰਸ਼ਨ ਪਲ ਪਲ ਦੇ ਕੇ ਸਮਾਪਤ ਕਰ ਦਿੰਦਾ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਤੀ ਰੂਪੀ ਪਰਮਾਤਮਾ ਨੂੰ ਮੈਂ ਮਿਲਾਂ, ਮਨ ਵਿੱਚ ਇੱਛਾ, ਇਹ ਪ੍ਰਬਲਤਾ ਜਾਗ ਪੈਂਦੀ ਹੈ ਕਿਸੇ ਗੁਰਮੁਖ ਦੇ ਮਿਲਣ ਕਰਕੇ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਮੇਰੇ ਮਨ, ਮੇਰੇ ਤਨ ਦੇ ਅੰਦਰ ਵਾਹਿਗੁਰੂ ਜੀ ਦੇ, ਪਰਮੇਸ਼ਰ ਦੇ ਦਰਸ਼ਨਾਂ ਦੀ ਬੜੀ ਪਿਆਸ ਲੱਗੀ ਹੈ। ਮਨ ਲੋਚਦਾ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਕਿ ਕੋਈ ਆ ਕੇ ਮੈਨੂੰ ਮੇਰੇ ਪਤੀ ਰੂਪੀ ਪਰਮਾਤਮਾ ਨਾਲ ਮਿਲਾ ਦੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਕੋਈ ਰੱਬ ਦਾ ਪਿਆਰਾ ਜੁੜਿਆ ਹੋਇਆ, ਉਹਦੇ ਨਾਲ ਮਿਲਿਆ ਹੋਇਆ, ਮੈਨੂੰ ਮਿਲਾ ਦੇ। ਇਹ ਅਰਦਾਸਾਂ ਫਿਰ ਰੂਹ ਦੇ ਵਿੱਚੋਂ ਨਿਕਲਦੀਆਂ ਨੇ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾ ਪਾਏ। ਤੇ ਗੁਰੂ ਪਿਆਰਿਓ, ਹੁਣ ਆਮ ਕਰਕੇ ਕਈ ਤਰਕਵਾਦੀ ਕਹਿੰਦੇ ਨੇ ਨਾ ਵੀ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਕਿਉਂ ਕੀਤੀ ਜਾਂਦੀ ਹੈ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੇ ਲਈ, ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਲਈ ਕਿਉਂ ਕਿਹਾ ਜਾਂਦਾ ਹੈ। ਸਤਿਗੁਰੂ ਜੀ ਜਵਾਬ ਦਿੰਦੇ ਨੇ, ਕਹਿੰਦੇ ਸੰਤ ਸਹਾਈ ਪ੍ਰੇਮ ਕੇ। ਜਿਹੜਾ ਤੈਂ ਰੱਬ ਦੇ ਨਾਲ ਪ੍ਰੇਮ ਕਰਨਾ ਨਾ, ਕਿਵੇਂ ਕਰਨਾ, ਉਹ ਕਿਹੋ ਜਿਹਾ ਪ੍ਰੇਮ ਹੈ, ਉਹਦੇ ਬਾਰੇ ਤੈਨੂੰ ਤਾਂ ਪਤਾ ਲੱਗੇਗਾ ਜੇ ਕਿਸੇ ਪ੍ਰੇਮ ਕਰਨ ਵਾਲੇ ਦੇ ਕੋਲ ਬੈਠੇਗਾ।
ਜਿਹੜਾ ਰੱਬ ਨੂੰ ਪਿਆਰ ਦਿਲੋਂ ਕਰਦਾ, ਰੱਬ ਨਾਲ ਜੁੜਿਆ ਤੇ ਉਹ ਪਿਆਰ ਦਾ ਨਿੱਘ ਰੋਜ਼ ਪਲ ਪਲ ਮਾਣਦਾ। ਜੇ ਇਹੋ ਜਿਹੀ ਦੀ ਸੰਗਤ ਕਰੇਗਾ ਤਾਂ ਤੈਨੂੰ ਪਤਾ ਚੱਲੇਗਾ ਵੀ ਰੱਬ ਦੇ ਨਾਲ ਪ੍ਰੀਤ ਕਿਵੇਂ ਕਰਨੀ। ਇਸੇ ਕਰਕੇ ਮਹਾਂਪੁਰਸ਼ਾਂ ਨੂੰ ਸੰਸਾਰ ਦੇ ਉੱਤੇ ਭੇਜਿਆ ਜਾਂਦਾ, ਗੁਰਮੁਖਾਂ ਰੂਹਾਂ ਨੂੰ ਭੇਜਿਆ ਜਾਂਦਾ ਹੈ, ਜਿਹੜੇ ਆਪ ਜੁੜਦੇ ਨੇ, ਆਪ ਜਪੈ ਅਵਰਾ ਨਾਮ ਜਪਾਵੇ। ਉਹ ਤੇਰੇ ਅੰਦਰ ਵੀ ਉਹ ਪ੍ਰੇਮ ਦਾ ਦੀਵਾ ਜਗਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਹਿਲਾਂ ਦੀਵਾ ਜਗਦਾ ਹੈ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਉਹ ਪਰਮਾਤਮਾ ਦੇ ਪ੍ਰਤੀ ਜਿਹੜਾ ਤੇਰਾ ਪ੍ਰੇਮ ਹੈ, ਉਸ ਪ੍ਰੇਮ ਨੂੰ ਵਧਾਉਣ ਵਿੱਚ ਤੇਰੀ ਮਦਦ ਕਰਦੇ ਨੇ। ਇਸ ਕਰਕੇ ਮੈਂ ਸਦਾ ਹੀ ਉਹਨਾਂ ਦੇ ਚਰਨੀ ਲੱਗੀ ਰਵਾਂ। ਭਾਵ ਚਰਨੀ ਲੱਗੀ ਦਾ ਭਾਵ ਹੈ ਮੈਂ ਉਹਨਾਂ ਦੇ ਕੋਲ ਬੈਠਾ, ਉਹਨਾਂ ਦੀ ਵੱਧ ਤੋਂ ਵੱਧ ਸੰਗਤ ਕਰਾਂ, ਤਾਂ ਕਿ ਮੈਨੂੰ ਟੁੱਟੇ ਹੋਏ ਨੂੰ ਰੱਬ ਨਾਲ ਜੋੜ ਦੇਣ। ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਹੇ ਮਾਤਾ, ਵਾਹਿਗੁਰੂ ਤੋਂ ਬਿਨਾਂ ਸੁਖ ਆਨੰਦ ਨਹੀਂ ਮਿਲ ਸਕਦਾ, ਕਿਉਂਕਿ ਸੁਖ ਆਨੰਦ ਹੋਰ ਥਾਂ ਤੇ ਹੈ ਹੀ ਨਹੀਂ। ਉਹ ਹੈ ਸਤ ਸੰਗਤ ਵਿੱਚ, ਉਹ ਹੈ ਗੁਰੂ ਦੇ ਚਰਨਾਂ ਵਿੱਚ, ਉਹ ਗੁਰੂ ਦੀ ਬਾਣੀ ਵਿੱਚ, ਗੁਰੂ ਦੇ ਨਾਮ ਵਿੱਚ। ਉਹ ਸੱਚਾ ਆਨੰਦ ਤੇ ਗੁਰੂ ਪਾਸ ਹੈ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਗੁਰੂ ਤੋਂ ਪਾਇਆ। ਉਹ ਤੇ ਗੁਰੂ ਪਾਸ ਹੈ। ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਹੇ ਮੇਰੀ ਮਾਤਾ, ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਸੁਖ ਆਨੰਦ ਮਿਲ ਨਹੀਂ ਸਕਦਾ, ਕਿਉਂਕਿ ਹੋਰ ਕਿਸੇ ਥਾਂ ਤੇ ਉਹ ਆਨੰਦ ਹੈ ਹੀ ਨਹੀਂ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ। ਜਿਨ੍ਹਾਂ ਵਡਭਾਗੀਆਂ ਨੇ ਪ੍ਰਭੂ ਪਤੀ ਰੂਪੀ ਪਰਮਾਤਮਾ ਦੇ ਪਿਆਰ ਦਾ ਰਸ ਇੱਕ ਵਾਰੀ ਚਖ ਲਿਆ, ਉਹਨਾਂ ਨੂੰ ਫਿਰ ਮਾਇਆ ਦਾ ਜਿਹੜਾ ਝੂਠਾ ਸਵਾਦ ਹੈ ਉਹ ਵਿਆਪ ਨਹੀਂ ਸਕਦਾ, ਮਾਇਆ ਦਾ ਲੇਪ ਲੱਗ ਨਹੀਂ ਸਕਦਾ। ਜਿਹਨੇ ਇੱਕ ਵੇਰਾ ਇਹ ਰਸ ਦਾ ਆਨੰਦ ਲੈ ਲਿਆ, ਇਹ ਚਖ ਲਿਆ। ਆਪ ਤਿਆਗ ਬਿਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ। ਆਪਣਾ ਆਪਾ ਹਉਮੈ ਮੈਂ ਮੇਰੀ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਨੇ ਕਿ ਹੇ ਵਾਹਿਗੁਰੂ ਪਰਮਾਤਮਾ, ਤੂੰ ਸਦਾ ਹੀ ਸਾਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ, ਤੂੰ ਸਦਾ ਹੀ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖ। ਜੋ ਹਰ ਕੰਤ ਮਿਲਾਈਆਂ ਸੇ ਵਿਛੜਕਤ ਹੈ ਨਾ ਜਾਏ। ਜਿਹੜੀਆਂ ਜੀਵ ਇਸਤਰੀਆਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਕਹਿੰਦੇ ਉਸ ਮਿਲਾਪ ਪਿੱਛੋਂ ਵਿਛੜ ਕੇ ਕਿਸੇ ਹੋਰ ਥਾਂ ਤੇ ਨਹੀਂ ਜਾਂਦੀਆਂ, ਕਿਉਂਕਿ ਵਿਛੋੜਾ ਨਹੀਂ ਪੈਂਦਾ। ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋਡੀ ਹੈ। ਇਹ ਗੁਰੂ ਦੀ ਜ਼ੁਬਾਨ ਹੈ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ। ਜਦੋਂ ਗੁਰੂ ਨੇ ਬਾਹ ਫੜ ਲਈ ਨਾ ਸੇਵਕ ਦੀ, ਫੇਰ ਨਹੀਂ ਛੱਡਦਾ। ਬਾਹ ਤੇ ਅਸੀਂ ਫੜਾਉਣੀ ਆ ਨਾ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨਾਏ। ਹੇ ਨਾਨਕ, ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਜਿਹਦੀ ਸ਼ਰਨ ਵਿੱਚ ਅਸੀਂ ਜਾ ਸਕੀਏ, ਕੋਈ ਹੋਰ ਦੂਜੀ ਥਾਂ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਹੀ ਨਿਸ਼ਚਾ ਬਣਾਉਣਾ ਪਏਗਾ ਸਾਨੂੰ, ਭਰੋਸਾ ਵੀ ਇਹੀ ਸ਼ਰਨ ਹੈ। ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਸੇ ਸ਼ਰਨ ਵਿੱਚ ਅਰਦਾਸ ਕਰਨੀ ਪਏਗੀ ਆ ਕੇ, ਇਸੇ ਸ਼ਰਨ ਵਿੱਚ ਆ ਕੇ ਅਰਦਾਸ ਕਰਨੀ ਪਏਗੀ ਕਿ ਸ਼ਰਨ ਪਰੇ ਕੀ ਰਾਖੋ ਸ਼ਰਨ। ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਏ। ਉਹ ਸਦਾ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦੀਆਂ ਨੇ ਜੀਵ ਇਸਤਰੀਆਂ। ਅੱਸੂ ਦੇ ਮਹੀਨੇ ਦੀ ਮਿੱਠੀ ਮਿੱਠੀ ਰੁੱਤ ਵਿੱਚ ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਨੇ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਹੁਣ ਪਿਆਰਿਓ, ਇੱਥੇ ਇਹ ਗੱਲ ਹੈ ਵੀ ਮਹੀਨਾ ਭਾਵੇਂ ਠੰਡੀ ਮਿੱਠੀ ਰੁੱਤ ਦਾ ਹੋਵੇ, ਭਾਵੇਂ ਜ਼ਿਆਦਾ ਸਰਦੀ ਦਾ ਹੋਵੇ, ਭਾਵੇਂ ਜ਼ਿਆਦਾ ਗਰਮੀ ਦਾ ਹੋਵੇ, ਅੰਦਰ ਦੀ ਸ਼ਾਂਤੀ, ਅੰਦਰ ਦਾ ਆਨੰਦ ਉਦੋਂ ਹੀ ਬਰਕਰਾਰ ਰਹੇਗਾ ਜਦੋਂ ਗੁਰੂ ਦੀ ਕਿਰਪਾ ਦੇ ਅਸੀਂ ਪਾਤਰ ਬਣਾਂਗੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ, ਠੰਡੀ ਮਿੱਠੀ ਬਾਣੀ ਨਾਲ ਜੁੜ ਕੇ, ਸ਼ੀਤਲਤਾ ਬਖਸ਼ਣ ਵਾਲੀ ਇਸ ਪਾਵਨ ਅੰਮ੍ਰਿਤ ਰੂਪ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।